ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 11ਵਾਂ। ਪੌੜੀ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਉ ਬੋਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਬੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਸਤਿਗੁਰ ਮਿਲੀਏ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ। ਜਿਨੇ ਸੱਚੋ ਸੱਚ ਬੁਝਾਇਆ। ਸਤਿਗੁਰ ਸਮਝਾਉਂਦੇ ਆਪਾਂ ਨੂੰ ਭਾਈ ਦੋ ਹੀ ਪੱਖ, ਸੱਚ ਔਰ ਝੂਠ ਆਪਾਂ ਸਮਝਣਾ। ਝੂਠ ਕੀ ਹੈ? ਸੰਸਾਰ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਚੇਤਨਾ ਦੇ ਜਿਹੜੇ ਜੜ ਨਾਲ ਗੱਠ ਪੈ ਗਈ ਆ, ਗੰਢ ਪੈ ਗਈ ਆ, ਇਹ ਹੁਣ ਖੁੱਲ੍ਹਣੀ ਆ। ਜਿਹੜੇ ਸਾਡੇ ਸੰਸਾਰੀ ਮੋਹ ਦੇ ਰਿਸ਼ਤੇ ਬਣ ਗਏ, ਜਾਲ, ਇਹ ਆਪਣੀ ਮੱਤ ਨਾਲ ਆਪਾਂ ਕੱਟ ਨਹੀਂ ਸਕਦੇ ਭਾਈ। ਉਹੀ ਸਤਿਗੁਰ ਸਮਝਾਉਂਦੇ ਨੇ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਨਦਰ ਉਹਦੀ ਦ੍ਰਿਸ਼ਟੀ ਲੈਣੀ ਹੈ, ਭਾਵ ਹੁਕਮ ਦੀ, ਕੁਦਰਤ ਦੀ। ਸਤਿਗੁਰ ਤੋਂ ਭਾਵ ਸੱਚ ਦਾ ਗਿਆਨ। ਸਭ ਤੋਂ ਪਹਿਲਾਂ ਆਪਣੇ ਕੋਲੇ ਕੀ ਹੈ? ਗੁਰਦੇਵ ਦੀ ਬਾਣੀ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਮੁਖੋਂ ਆਪ ਕਢਾਵੇ। ਕਰਤੇ ਪੁਰਖ ਦਾ ਜਸ ਹੈ। ਹੁਣ ਆਪਦੀ ਮੱਤ ਨਾਲ ਤਾਂ ਅਸੀਂ ਇਹ ਗੰਢ ਤੋੜ ਨਹੀਂ ਸਕਦੇ, ਨਾ ਖੋਲ ਸਕਦੇ ਹਾਂ, ਦੇ ਸਕਦੇ ਹਾਂ। ਮੇਰਿਓ ਮੇਰਿਓ ਸਭੀ ਕਹਿਤ ਹਿਤ ਸਿਉ ਬਾਂਧਿਓ ਚੀਤ। ਰੋਜ਼ ਬੰਨੀ ਜਾਂਦੇ ਆਪਦੇ ਆਪ ਨੂੰ। ਪੰਕਜ ਮੋਹ ਚਿੱਕੜ ਹਮ ਦੇਖਾ ਤੈ ਡੁੱਬੀ ਅਲੇ। ਜਦੋਂ ਗੁਰਸ਼ਬਦ ਦੇ ਗਿਆਨ ਨਾਲ ਦੇਖਿਆ ਤਾਂ ਮੋਹ ਦਾ ਚਿੱਕੜ ਸੰਸਾਰ ਜਿਹਦੇ ਵਿੱਚ ਅਸੀਂ ਫਸੇ ਹੋਏ ਹਾਂ, ਮ੍ਰਿਤ ਲੋਕ 'ਚ, ਉਹ 'ਚੋਂ ਆਪ ਕਿਵੇਂ ਨਿਕਲਾਂਗੇ? ਭਗਤ ਕਬੀਰ ਜੀ ਸਮਝਾਉਂਦੇ ਆ, ਝੱਜਾ ਉਰਜ ਸੁਰਜ ਨਹੀਂ ਜਾਣੇ। ਸੁਰਜਣ ਨਹੀਂ ਜਾਣਦੇ ਅਸੀਂ, ਉਲਝਣ ਜਾਣਦੇ ਹਾਂ। ਸੁਲਝਾਊ ਤਾਂ ਬਾਣੀ, ਭੁੱਲਿਆਂ ਗੁਰਦੇ ਸਮਝਾਏ। ਗੁਰਚੇਲੇ ਕੀ ਸੰਧ ਮਿਲਾਵੇ, ਸੰਤ ਪ੍ਰਤਾਪ ਦੁਰੰਤ ਸਭ ਨਸੈ। ਜਿਹੜੀ ਦੂਰੀ ਪੈ ਗਈ ਆਤਮਾ ਤੇ ਪ੍ਰਾਤਮਾ ਦੀ, ਉਹੀ ਤਾਂ ਬਾਣੀ ਤੈਅ ਕਰਦੀ ਹੈ। ਦੂਰ ਚਲੇ ਗਏ ਅਸੀਂ ਸੋਚ ਕਰਕੇ। ਕੁਦਰਤ ਦੂਰ ਨਹੀਂ ਹੈ, ਹੁਕਮ ਦੂਰ ਨਹੀਂ ਹੈ ਸਾਤੋਂ, ਸਤਿਗੁਰ ਦੂਰ ਨਹੀਂ ਹੈਗਾ। ਅਸੀਂ ਸੋਚ ਕਰਕੇ ਦੂਰ ਚਲੇ ਗਏ। ਕਰਨੀ ਆਪੋ ਆਪਣੀ, ਕਹਿ ਨੇੜੇ ਕਹਿ ਦੂਰ। ਅਸੀਂ ਆਪਦੀ ਮੱਤ ਨਾਲ ਚੱਲਦੇ ਹਾਂ, ਨਰਕਾਂ ਕਨੀ ਨੂੰ ਜਾ ਰਹੇ ਹਾਂ। ਆਪਣੇ ਪਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਏ। ਗੁਰ ਕੇ ਪਾਣੇ ਜੋ ਚੱਲੇ ਪਾਈ, ਬੋਹਿਤ ਬੈਠਾ ਆਏ। ਫਿਰ ਵੀ ਅਸੀਂ ਧਿਆਨ ਨਹੀਂ ਦਿੰਦੇ ਇੱਧਰ। ਰੋਜ਼ ਪੜ੍ਹਦੇ ਵਿਚਾਰਦੇ ਵੀ ਹਾਂ। ਸਦਜਾਮ ਲਾਗ ਭਵ ਜਲ ਤਰਨ ਕੇ, ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸਹੇਲਾ। ਔਤ ਘਟੇ ਦਿਨ ਸਰਨਾਰੇ, ਮਨ ਮਿਲ ਗੁਰ ਕਾਜ ਸਵਾਰੇ। ਗੁਰ ਤੋਂ ਬਿਨਾਂ ਆਪਣਾ ਕਾਜ ਕਿਵੇਂ ਸੰਵਰੂਗਾ ਭਾਈ? ਗੁਰ ਉਪਦੇਸ਼ ਹੈ ਬਾਣੀ, ਗਿਆਨ ਦਰਸ਼ਨ ਹੈ ਬਾਣੀ। ਗੁਰਮਤਿ ਮਾਰਗ ਹੈ, ਗਿਆਨੀਆਂ ਦਾ ਮਾਰਗ ਹੈ ਇਹ। ਗਿਆਨ ਤਾਂ ਭਾਈ ਫਿਰ ਸੁਣਾਂਗੇ ਤਾਂ ਮਿਲੂਗਾ। ਪਰ ਇਸ ਤਾਂ ਸਤਿਗੁਰਾਂ ਨੂੰ ਹੀ ਉਪਦੇਸ਼ ਕਰਨ ਲੱਗ ਗਏ। ਕਬੀਰ ਔਰੋਂ ਕੋ ਉਪਦੇਸ਼ ਤੇ, ਮੁਖ ਮੇਂ ਪਰ ਹੈ ਰੇਤ। ਰਾਸ ਬਿਰਾਨੀ ਰਾਖ ਤੇ ਖਾਇਆ ਕਰ ਕਾ ਖੇਤ। ਅਸੀਂ ਦੂਆਂ ਨੂੰ ਉਪਦੇਸ਼ ਕਰਦੇ ਹਾਂ ਪਰ ਆਪ ਨਹੀਂ ਕਮਾਈ ਕਰਦੇ। ਸਤਿਗੁਰ ਦੀ ਪ੍ਰਾਪਤੀ ਕਿਵੇਂ ਹੋਊ? ਨਦਰ ਕਿਵੇਂ ਹੋਊਗੀ? ਤੈਨੂੰ ਤਾਂ ਅਸੀਂ ਭਰਮ ਦੇ ਵਿੱਚ ਘੁੰਮੀ ਜਾਂਦੇ ਹਾਂ। ਜੰਮਣ ਮਰਨ ਸਾਡਾ ਮੁੱਕਦਾ ਹੀ ਨਹੀਂ ਹੈਗਾ। ਇਹ ਨਦਰ ਲੈਣੀ ਆ ਭਾਈ, ਇਹ ਸੁਣਨ ਦੀ ਵਿਧੀ ਹੈ। ਆਇਆ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਲਾਲਚ ਬਿਰਥਾ ਜਨਮ ਪੁਰਾਣੀ। ਸੁਣਨ ਦੀ ਵਿਧੀ ਹੈ। ਜਪਜੀ ਸਾਹਿਬ ਦੇ ਵਿੱਚ ਸਤਿਗੁਰ ਸਮਝਾਉਂਦੇ ਨੇ, 10 ਪੌੜੀਆਂ ਸੁਣਦੀਆਂ ਨੇ। ਜੋ ਸੰਸਾਰ ਦੀਆਂ ਮੱਤਾਂ ਬਾਰੇ ਸਤਿਗੁਰਾਂ ਨੇ ਸਮਝਾਇਆ, ਜੋ ਸੁਣੀ ਉਹਨਾਂ ਨੇ, ਉਹ ਆਪਾਂ ਨੂੰ ਸਮਝਾਇਆ। ਆਪਾਂ ਕੀ ਕਰਨਾ ਹੈ ਉਹ ਸਮਝਾਇਆ। ਸੁਣੀਏ ਅਤੇ ਆਪਾਂ ਨੂੰ ਕੀ ਪ੍ਰਾਪਤ ਹੋਊਗਾ? ਮੰਦ ਬੁੱਧੀ ਵੀ ਆਪਦੇ ਘਰ ਚਲੀ ਜਾਊਗੀ। ਸੁਣੀਏ ਸਤ ਸੰਤੋਖ ਗਿਆਨ। ਜੇ ਸੁਣਾਂਗੇ ਸੱਚ ਦਾ ਗਿਆਨ ਨਾ ਹੋਵੇ ਸਤਿਗੁਰ ਦਾ, ਤਾਂ ਕਿਵੇਂ ਹੋਊਗਾ? ਸਾਨੂੰ ਪ੍ਰਾਪਤੀ ਹੋਊਗੀ ਪਰ ਅਸੀਂ ਸੁਣਦੇ ਹੀ ਨਹੀਂ ਹੈਗੇ। ਗੁਰੂ ਘਰ ਜਾ ਕੇ ਕੀ ਕਰਦੇ ਹਾਂ? ਅਸੀਂ ਦੁੱਖ ਮੰਗਦੇ ਹਾਂ।
ਸਤਿਗੁਰਾਂ ਤੋਂ ਪੁੱਛੀਏ ਆਪਾਂ, ਸਤਿਗੁਰ ਕੀ ਸਮਝਾਉਂਦੇ ਆ? ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਇਹ ਸਾਨੂੰ ਯਾਦ ਨਹੀਂ ਪੰਕਤੀ, ਇਹ ਕਿਤੇ ਸੁਣੀ ਨਹੀਂ ਅਸੀਂ, ਇਹ ਪ੍ਰਚਾਰਕਾਂ ਨੇ ਨਹੀਂ ਸੁਣੀ, ਸੇਵਕਾਂ ਨੇ ਨਹੀਂ ਸੁਣੀ, ਪਰ ਅਸੀਂ ਅਸਰ ਹੀ ਨਹੀਂ ਕਰਦੇ ਹੈਗੇ। ਫਿਰ ਦੁੱਖ ਤਾਂ ਫਿਰ ਦੁੱਖ ਬੀਜਦੇ, ਦੁੱਖ ਹੀ ਆਉਣੇ ਆ। ਨੌਵੇਂ ਪਾਤਸ਼ਾਹ ਦੇ ਬਚਨ ਲੈ ਲੈਂਦੇ ਆ, ਯਤਨ ਬਹੁਤ ਸੁੱਖ ਕੇ ਕੀਓ, ਦੁੱਖ ਕੋ ਕੀਓ ਨਾ ਕੋਈ। ਦੁੱਖਾਂ ਦਾ ਤਾਂ ਕੋਈ ਵੀ ਨਹੀਂ ਕਰਦਾ, ਫਿਰ ਦੁੱਖ ਕਿੱਥੋਂ ਆ ਜਾਂਦੇ? ਸਾਡੀ ਮੱਤ ਨਾਲ ਦੁੱਖ ਹੀ ਆਉਣਗੇ ਭਾਈ। ਇਹ ਦੁੱਖ ਸਾਗਰ ਹੈ, ਅਸੀਂ ਇਹਨੂੰ ਸੁੱਖ ਸਾਗਰ ਬਣਾਉਣ ਲੱਗੇ ਹਾਂ। ਸਾਰਾ ਕੁਛ ਇੱਥੇ ਬਣਾਈ ਬੈਠੇ ਹਾਂ, ਸੱਚਖੰਡ ਵੀ ਇੱਥੇ ਬਣਾਈ ਬੈਠੇ ਹਾਂ। ਇਹ ਮ੍ਰਿਤ ਲੋਕ ਹੈ, ਮੜੀ ਹੈ। ਮ੍ਰਿਤ ਕਹੀਏ ਨਾਨਕ ਅਜ ਸਰਿਦੇ ਪ੍ਰੀਤ ਨਹੀਂ ਭਗਵੰਤ। ਇਹ ਚੇਤਨਾ ਜੜ ਨਾਲ ਜੁੜ ਕੇ ਮੜੀ 'ਚ ਬੈਠੀ ਹੈ। ਨੰਗਾ ਦੋ ਚੱਕ ਚੱਲਿਆ ਤਾਂ ਦਿਸੇ ਖਰਾ ਡਰਾਵਣਾ। ਸੱਚ ਦਾ ਕੱਪੜਾ ਇਹਨੂੰ ਮਿਲਿਆ ਨਹੀਂ ਹਾਲੇ। ਸੱਚ ਖਾਣਾ, ਸੱਚ ਪਹਿਨਣਾ, ਜੋ ਸੱਚ ਸਮਾਊਗੀ ਫੇਰ ਹੀ ਕੱਪੜਾ ਮਿਲੂਗਾ। ਆਪਦੇ ਮੂਲ ਤੋਂ ਅਲੱਗ ਹੋਈ ਹੈ। ਹਰ ਬਿਸਰ ਸਦਾ ਖੁਆਰੀ, ਇਹਨੂੰ ਗਿਆਨ ਹੈ ਨਹੀਂ। ਰੋਜ਼ ਪੜ੍ਹਦੇ ਹਾਂ, ਵਿਚਾਰਦੇ ਹਾਂ। ਹਰ ਬਿਸਰ ਤੇਰੇ ਗੁਣ ਗਲਿਆ, ਗੁਣ ਕੋਈ ਨਹੀਂ ਭਗਤ ਫਿਰ ਮੰਨੀ ਜਾਂਦੇ ਆ। ਨਿਰਭਉ ਨਹੀਂ, ਨਿਰਵੈਰ ਨਹੀਂ, ਕਾਲ ਤੋਂ ਮੁਕਤ ਨਹੀਂ, ਅਜੂਨੀ ਸਰੀਰ ਨਾਲ ਚਿੰਬੜੇ ਬੈਠੇ, ਅਜੂਨੀ ਨਹੀਂ। ਗੁਣ ਕੋਈ ਵੀ ਨਹੀਂ, ਭਗਤ ਅਸੀਂ ਹੈਗੇ ਆ। ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ, ਬਿਨ ਗੁਣ ਕੀਤੇ ਭਗਤ ਨਾ ਹੋਵੇ। ਭੈ ਤੋਂ ਮੁਕਤ ਅਸੀਂ ਹੋਏ ਨਹੀਂ। ਦੂਜਿਆਂ ਦਾ ਕੀ ਕਰਾਂਗੇ ਅਸੀਂ? ਦੂਜੇ ਨੂੰ ਕਿਵੇਂ ਭੈ ਤੋਂ ਮੁਕਤ ਕਰਾਂਗੇ? ਪਹਿਲਾਂ ਆਪ ਤਾਂ ਮੁਕਤ ਹੋਈਏ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਪਰ ਨਹੀਂ, ਆਪਦੀ ਮੱਤ ਨਾਲ ਅਸੀਂ ਅਰਥਾ ਰਹੇ ਹਾਂ। ਸਾਡੀ ਮਨਬੁੱਧੀ ਦਾ ਵਿਸ਼ਾ ਹੈ ਬਾਣੀ। ਕਿੱਥੇ ਗੁਰ ਕੀ ਮੱਤ, ਕਿੱਥੇ ਸਾਡੀ ਮੱਤ? ਜਦ ਤੱਕ ਅਸੀਂ ਆਪਦੀ ਮੱਤ ਦਾ ਤਿਆਗ ਨਹੀਂ ਕਰਦੇ, ਇੱਛਾ ਦਾ ਤਿਆਗ ਨਹੀਂ ਕਰਦੇ, ਨਹੀਂ ਪ੍ਰਾਪਤੀ ਹੋਣੀ ਭਾਈ। ਨਜ਼ਰ ਨਹੀਂ ਹੋਣੀ ਹੈਗੀ। ਕਿਵੇਂ ਨਜ਼ਰ ਹੋਊਗੀ? ਕਿਰਪਾ ਕਰੇ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ, ਫਿਰ ਨਜ਼ਰ ਹੋਊਗੀ, ਫਿਰ ਸੱਚ ਦਾ ਗਿਆਨ ਹੋਊਗਾ। ਫਿਰ ਜਿਹੜਾ ਜੰਮਣ ਮਰਨਾ ਸਾਡਾ ਖਤਮ ਹੋਊਗਾ। ਜਪਜੀ ਸਾਹਿਬ 4 ਅਵਸਥਾ ਦੱਸੀਆਂ ਨੇ ਆਪਾਂ ਨੂੰ। ਸੁਣੀਏ, ਸੁਣਨ ਦੀ ਵਿਧੀ ਹੈ। ਸੁਣਨੇ 'ਚੋਂ ਗਿਆਨ ਪੈਦਾ ਹੋਊ, ਫਿਰ ਇਹਨੂੰ ਵਿਚਾਰਨਾ, ਫਿਰ ਪੜ੍ਹਨਾ ਹੈ। ਗੁਰੂ ਤੋਂ ਪੜ੍ਹਨਾ ਹੈ। ਗੁਰੂ ਵੱਡਾ ਹੁੰਦਾ, ਗੁਰਦਖਸ਼ਣਾ ਲੈਣੀ ਹੈ। ਗੁਰੂ ਨੂੰ ਉਪਦੇਸ਼ ਨਹੀਂ ਕਰੀਦਾ ਹੁੰਦਾ, ਗੁਰੂ ਵੱਡਾ ਹੁੰਦਾ। ਗੁਰੂ ਘਰਾਂ ਜਾ ਕੇ ਵੀ, ਧਾਰਮਿਕ ਸਮਾਗਮਾਂ 'ਤੇ ਜਾ ਕੇ ਵੀ ਗੁਰ ਕਰਨੀ ਧਿਆਨ ਰੱਖਣਾ, ਗੁਰ ਸ਼ਬਦ ਕਰਨੀ ਧਿਆਨ ਰੱਖਣਾ, ਹੁਕਮਨਾਮੇ ਕਰਨੀ ਧਿਆਨ ਰੱਖਣਾ। ਸਾਨੂੰ ਅੱਜ ਕੀ ਹੁਕਮਨਾਮਾ ਆਇਆ? ਸਾਰੀ ਬਾਣੀ ਹੁਕਮ ਹੈ, ਨਾਮ ਹੈ, ਉਪਦੇਸ਼ ਹੈ। ਸਾਨੂੰ ਗੁਰ ਉਪਦੇਸ਼ ਹੈ। ਸੁਣੀਏ, ਜਿਹੜੇ ਸੁਣਨਗੇ ਫਿਰ ਮੰਨੀਏ, ਦੂਈ ਅਵਸਥਾ ਚਲੇ ਜਾਣਗੇ, ਉਹਨਾਂ ਦਾ ਮਨ ਮੰਨ ਜੂਗਾ। ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸੁਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਪਏ ਨਾ ਪਕੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ। ਮੰਨ ਕੇ ਦੇਖ ਲਓ ਭਾਈ, ਸੁਣ ਕੇ ਦੇਖ ਲਓ, ਫਿਰ ਮਨ ਮੰਨ ਜਾਂਦਾ। ਭਗਤ ਕਬੀਰ ਜੀ ਵੀ ਸਮਝਾਉਂਦੇ ਆ, ਕਹੋ ਕਬੀਰ ਜਬ ਜਾਣਿਆ ਤੋਂ ਮਨ, ਫਿਰ ਮਨ ਮੰਨਦਾ, ਪਹਿਲਾਂ ਨਹੀਂ ਮਨ ਮੰਨਦਾ, ਛੇਤੀ ਨਹੀਂ ਮੰਨਦਾ ਹੈਗਾ। ਫਿਰ ਮੰਨੇ 'ਚ ਪਹੁੰਚ ਜਾਂਦੇ ਦੂਜੀ ਅਵਸਥਾ ਅਸੀਂ। ਫਿਰ ਸਾਨੂੰ ਗਿਆਨ ਹੁੰਦਾ ਹੈ। ਮੰਨੇ ਸੁਰਤ ਹੋਵੇ, ਮਨ ਬੁੱਧ ਮੰਨੇ ਸਗਲ ਭਵਨ ਕੀ ਸੋਝੀ ਹੋਣ ਲੱਗ ਜਾਂਦੀ ਹੈ। ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹੱਥ ਸਮਾ ਜਾਂਦੇ ਨੇ। ਉਹ ਗਿਆਨ ਵੱਧਦਾ ਚਲਿਆ ਜਾਂਦਾ ਹੈ। ਫਿਰ ਉਹਦੇ ਨਾਲ ਪ੍ਰੇਮ ਪੈਂਦਾ ਵਾ। ਜਦੋਂ ਕੁਛ ਸਾਨੂੰ ਦਿਖੂਗਾ ਫਿਰ ਹੀ ਪ੍ਰੇਮ ਪਊਗਾ। ਉਹ ਨਿਰਾਕਾਰ ਦਾ ਤਾਂ ਬਾਣੀ ਆਪਾਂ ਨੂੰ ਗਿਆਨ ਕਰਾ ਰਹੀ ਹੈ, ਭਾਵ ਆਕਾਰ ਤੋਂ ਰਹਿਤ ਨਿਰੰਕਾਰ ਦਾ। ਅਸੀਂ ਅੱਖਾਂ ਨਾਲ ਦਰਸ਼ਨ ਭਾਲੀ ਜਾਂਦੇ ਹਾਂ, ਸਾਖਸਾਤ ਸਾਹਮਣੇ ਹੀ ਭਾਲਦੇ ਹਾਂ। ਇਹ ਤਾਂ ਮਾਇਆ, ਇਹ ਤਾਂ ਮ੍ਰਿਤ ਲੋਕ ਹੈ, ਇਹ ਤਾਂ ਮਿੱਟੀ ਹੈ। ਫਿਰ ਤੀਜੀ ਅਵਸਥਾ 'ਚ ਪਹੁੰਚ ਜਾਂਦੇ ਹਾਂ ਅਸੀਂ। ਸੁਣੀਏ, ਸੁਣ ਲਈ, ਫਿਰ ਮਨ ਮੰਨ ਜਾਂਦਾ ਹੈ। ਮਨ ਮੰਨ ਗਿਆ, ਮਨ ਕੀਤਾ ਭਾਵ, ਫਿਰ ਤੀਜੀ ਜਾ ਕੇ ਸਾਡਾ ਪ੍ਰੇਮ ਪੈਂਦਾ ਵਾ। ਫਿਰ ਚੌਥੇ 10ਵੇਂ ਦੁਆਰ ਸਾਡਾ ਖੁੱਲ੍ਹਦਾ ਹੈ, ਦੇਵਲੋਕ ਚਲੇ ਜਾਂਦੇ ਹਾਂ। 10ਵਾਂ ਦੁਆਰ ਤਾਂ ਹੈ, ਸਾਡੀ ਪਕੜ 'ਚ ਨਹੀਂ ਸੀਗਾ, ਉਹ ਕਿਹੜਾ ਬੰਦ ਆ। ਉੱਥੋਂ ਤਾਂ ਸਾਰੀ ਖੇਲ ਚੱਲ ਰਹੀ ਆ ਭਾਈ। ਉੱਥੋਂ ਤਾਂ ਸਾਹ ਆ ਰਿਹਾ ਸਾਡਾ। ਉੱਥੋਂ ਕਿੱਥੇ ਲਾਈਟ ਆ ਰਹੀ? ਉਹ ਸੱਚਖੰਡ ਤੋਂ ਆ ਰਹੀ ਹੈ। ਉਹੀ ਤਾਂ ਨਾਮ ਹੈ, ਨਾਮ ਦੀ ਲਾਈਟ ਹੈ ਸਾਰੇ। ਨਾਮ ਨਹੀਂ ਸਾਰਾ ਪਸਾਰਾ ਹੁੰਦਾ ਵਾ। ਨਾਮੇ ਉਤਪਤ ਨਾਮੇ ਪਰਲੋ। ਫਿਰ ਅਸੀਂ ਚੌਥੇ ਚਲੇ ਜਾਂਦੇ ਹਾਂ। ਸੁਣੀਏ ਪਹਿਲੀ ਅਵਸਥਾ, ਮੰਨੀਏ ਫਿਰ ਮਨ ਮੰਨ ਗਿਆ। ਤੀਜੀ 'ਚ ਮਨ ਦਾ ਪ੍ਰੇਮ ਪੈ ਗਿਆ। ਜੇ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਵੇ, ਫਿਰ ਆਪਦੇ ਮੂਲ 'ਚ ਲੈ ਹੋ ਜਾਂਦੀ। ਆਤਮਾ ਪ੍ਰਾਤਮਾ ਇੱਕ ਹੋ ਜਾਂਦੇ ਨੇ। ਫਿਰ ਅੰਤਰਗਤ ਤੀਰਥ ਮਲ ਲਾਓ, ਫਿਰ ਆਤਮਾ ਤੀਰਥ ਨੂੰ ਜਾਂਦੀ ਹੈ। ਉਹ ਹਰਿਦੁਆਰ। ਭਗਤ ਕਬੀਰ ਜੀ ਕੀ ਸਮਝਾਉਂਦੇ ਆ? ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੂ ਤੋ ਹਰ ਕੇ ਦੁਆਰ। ਮਰਨ 'ਤੇ ਕੋਈ ਚਾਅ ਹੁੰਦਾ ਭਾਈ? ਮਰੇ ਹੋਏ ਨੂੰ ਪਤਾ ਹੁੰਦਾ ਕੁਛ? ਫਿਰ ਇਹ ਕਿਹੜਾ ਮਰਨਾ? ਇਹੀ ਤਾਂ ਸਮਝਣਾ ਸੀ ਅਸਾਂ।
ਪਰ ਅਸੀਂ ਤਾਂ ਗੁਰੂ ਨਹੀਂ ਸਮਝਾਉਣ ਲੱਗ ਗਏ, ਸਤਿਗੁਰਾਂ ਨੂੰ ਉਪਦੇਸ਼ ਕਰ ਦਿੰਦੇ ਹਾਂ ਅਸੀਂ। ਸਾਡੀ ਸੁਣਨ ਦੀ ਅਵਸਥਾ ਹੀ ਖਤਮ ਹੋ ਗਈ। ਆਪ ਹੀ ਗੁਰੂ ਬਣ ਕੇ ਬਹਿ ਗਏ, ਆਪ ਹੀ ਸਤਿਗੁਰ ਬਣ ਕੇ ਬਹਿ ਗਏ। ਉਹ ਸਰੀਰ ਕਰਕੇ ਆ ਭਾਈ, ਆਤਮਾ ਤੋਂ ਕੋਰੇ ਹਾਂ ਅਸੀਂ। ਆਤਮ ਗਿਆਨ ਹੈ ਇਹ। ਜਦ ਤੱਕ ਆਤਮ ਗਿਆਨ ਨਹੀਂ ਹੁੰਦਾ, ਸਾਡਾ ਹੰਕਾਰ ਨਹੀਂ ਜਾਂਦਾ। ਹੁਕਮ ਬੁੱਝਣਾ, ਬਾਣੀ ਹੁਕਮ ਦਾ ਜਸ ਕਰਦੀ ਹੈ। ਹੁਕਮ ਵੀ ਤਾਂ ਨਾਮ ਹੈ। ਭਗਤ ਕਬੀਰ ਜੀ ਸਮਝਾਉਂਦੇ ਆ, ਮੋਹੇ ਮਰਨੇ ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੂ ਤੋਂ ਹਰ ਕੇ ਦੁਆਰ। ਉਹ ਕਿਹੜਾ ਹਰ ਕਾ ਦੁਆਰ? ਉਹੀ ਤਾਂ ਦੇਵ ਲੋਕ ਆ ਭਾਈ। ਉੱਥੇ ਪਹੁੰਚਣਾ ਆਪਾਂ। ਉੱਥੇ ਕਿਹਨੇ ਪਹੁੰਚਣਾ? ਧਿਆਨ ਨੇ। ਜੇ ਹਰਿਦੁਆਰ ਦਾ ਗਿਆਨ ਹੋਊਗਾ, ਉਹੀ ਤਾਂ ਬਾਣੀ ਹਰ ਦਾ ਗਿਆਨ ਹੈ, ਹਰ ਕਥਾ ਹੈ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਤਾ। ਨਾਮ ਨੂੰ ਸੁਣਦੇ ਸਮਝਦੇ ਤਾਂ ਸੰਸਾਰੀ ਦੁੱਖ ਖਤਮ ਹੋ ਜਾਂਦੇ ਨੇ। ਉਹਨਾਂ ਦੀ ਆਤਮਾ ਤੀਰਥ ਨੂੰ ਜਾਂਦੀ ਹੈ। ਸੱਚ ਤਾਂ ਪਰ ਜਾਣੀਏ, ਜਾਂ ਆਤਮ ਤੀਰਥ ਕਰੇ ਨਿਵਾਸ। ਤੀਰਥ ਆਤਮਾ ਦਾ ਅਸੀਂ ਸਰੀਰ ਨਾਲ ਜੋੜਤਾ। ਉਹ ਜਿਹੜੇ ਬਾਹਰਲੇ ਤੀਰਥ ਨੇ ਭਾਈ, ਉਹ ਸਰੀਰ ਕਰਕੇ ਨੇ, ਇਹ ਆਤਮਾ ਕਰਕੇ ਆ। ਇਹ ਕਦੋਂ ਕਰਾਂਗੇ? ਨਹੀਂ, ਫਿਰ ਕਾਲ ਲੈ ਜੂਗਾ। ਜੇ ਅਸੀਂ ਬਾਹਰ ਹੀ ਤੀਰ ਕਰਦੇ ਰਹੇ, ਬਾਹਰ ਹੀ ਭੇਖ 'ਚ ਫਸੇ ਰਹੇ, ਬਾਹਰ ਹੀ ਰੱਬ ਬਣਾ ਲਏ, ਬਾਹਰ ਹੀ ਭਗਵਾਨ ਮੰਨੀ ਜਾਂਦੇ ਹਾਂ, ਤਾਂ ਫਿਰ ਉਹ ਤਾਂ ਕਾਲ ਦਾ ਤਮਾਸ਼ਾ ਹੈ। ਇੰਨਾ ਕੁ ਤਾਂ ਆਪਾਂ ਨੂੰ ਗਿਆਨ ਆ, ਦੇਖਦੇ ਹੀ ਆਪਾਂ ਕੀ ਹੋ ਰਿਹਾ। ਚੌਪਈ ਸਾਹਿਬ ਵੀ ਰੋਜ਼ ਪੜ੍ਹਦੇ ਹਾਂ, ਸਗਲ ਕਾਲ ਕਾ ਕੀਆ ਤਮਾਸ਼ਾ ਹੈ। ਤਮਾਸ਼ਾ ਹੈ ਕਾਲ ਦਾ। ਪ੍ਰਭ ਮੇਰੇ ਕਾ ਬੜ ਤਮਾਸ਼ਾ, ਉਹ ਦੇਖਣਾ ਆਪਾਂ ਬੜ ਤਮਾਸ਼ਾ। ਇਹ ਤਾਂ ਛੋਟਾ ਜਿਹਾ ਵਾ ਜਿਹਦੇ ਨਾਲ ਆਪਾਂ ਖੇਲ ਰਹੇ ਹਾਂ। ਇਹ ਕਿਹੜੀ ਖੇਲ ਖੇਲ ਰਹੇ ਹਾਂ ਆਪਾਂ? ਪਿੱਛੇ ਵਿਚਾਰਿਆ ਸੀ, ਸ਼ਮਾਦ ਅਗਨੀ ਖੇਲੇ ਵਡਾਣੀ। ਅੱਗ ਨਾਲ ਖੇਲ ਰਹੇ ਹਾਂ, ਤ੍ਰਿਸ਼ਨਾ ਦੀ ਅੱਗ ਨਾਲ। ਬਚਪਨ ਜਵਾਨੀ ਬੁਢਾਪਾ ਖਤਮ, ਤੈਨੂੰ ਕਾਲ ਆ ਜਾਂਦਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਵਾਰ। ਇਹ ਅਵਸਥਾ ਆਪਾਂ ਪ੍ਰਾਪਤ ਕਰਨੀ ਹੈ। ਇਹ ਨਦਰ ਲੈਣੀ ਆ। ਜਦੋਂ ਇਹ ਨਦਰ ਹੁੰਦੀ ਹੈ, ਇਹਦੀ ਨਿਸ਼ਾਨੀ ਕੀ ਹੈ? ਸਾਨੂੰ ਗੁਰ ਸ਼ਬਦ 'ਚੋਂ ਗਿਆਨ ਪੈਦਾ ਹੁੰਦਾ ਹੈ। ਗਿਆਨ ਨਾਲ ਫਿਰ ਮਨ ਟਿਕਣ ਲੱਗ ਜਾਂਦਾ ਸਾਡਾ। ਸਾਨੂੰ ਹੌਸਲਾ ਹੋ ਜਾਂਦਾ, ਖੁਸ਼ੀ ਹੋ ਜਾਂਦੀ ਹੈ। ਸੁਣ ਸੁਣ ਪ੍ਰੀਤਮ ਤੁਮਾਰੀ ਬਾतें ਪ੍ਰਭ ਵੇਖਣ ਕਾ ਚਾਓ। ਆਪਦੇ ਮੂਲ ਦਾ ਚਾਓ ਪੈਦਾ ਹੁੰਦਾ ਹੈ। ਬੁੱਧੀ ਸੂਝਵਾਨ ਹੋ ਜਾਂਦੀ ਹੈ, ਅਕਲ ਲੈ ਲੈਂਦੀ ਹੈ। ਅਕਲ ਲੈਣ ਹੀ ਆਏ ਹਾਂ ਅਸੀਂ। ਜਦੋਂ ਅਕਲਗਤ ਗੁਰ 'ਤੇ ਜਾਣੀ, ਉਹ ਤਾਂ ਗੁਰੂ ਤੋਂ ਮਿਲਣੀ ਸੀ। ਮਨ ਚੁੱਪ ਕਰ ਜਾਂਦਾ। ਫਿਰ ਉਹੀ ਮਰਨਾ ਵਾ, ਹੋਰ ਕੋਈ ਮਰਨਾ ਨਹੀਂ। ਇੱਛਾ ਦਾ ਤਿਆਗ ਕਰਨਾ। ਫਿਰ ਮਨ ਬੁੱਧੀ ਤਿਆਗ ਕਰਕੇ ਆਪਦੇ ਮੂਲ 'ਚ ਹਰ 'ਚ ਲੈ ਹੋ ਜਾਂਦੇ ਨੇ। ਉਹੀ ਸੱਚ ਦਾ ਕੱਪੜਾ ਵਾ। ਸੱਚ ਖਾਣਾ, ਸੱਚ ਪਹਿਨਣਾ, ਫਿਰ ਸੱਚ ਦਾ ਹੀ ਜਸ ਕਰਦੇ ਨੇ। ਉੱਥੇ ਪਹੁੰਚਣਾ ਆਪਾਂ। ਉਹੀ ਸਤਿਗੁਰੂ ਸਮਝਾਉਂਦੇ ਨੇ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹੋ ਜਿਹੀਓ ਬਹੁਤੇ ਜਨਮ ਭਰਮਿਆਂ ਤਾਂ ਸਤਿਗੁਰ ਸ਼ਬਦ ਸੁਣਾਇਆ। ਇਹ ਸਤਿਗੁਰ ਦੀ ਬਾਣੀ ਹੈ ਭਾਈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਆਪਾਂ ਚੰਗੀ ਤਰ੍ਹਾਂ ਸਮਝ ਲਈਏ ਸਤਿਗੁਰ ਕੀ ਹੈ। ਜਦੋਂ ਮਨ ਬੁੱਧੀ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਆ, ਫਿਰ ਇਹ ਸਤਿਗੁਰ ਦੇ ਨਾਲ ਮਿਲ ਜਾਂਦੇ ਆ। ਉਹੀ ਆਨੰਦ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਤੀਜੀ ਪਾਤਸ਼ਾਹੀ ਨੇ। ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਜਦੋਂ ਸਹਿਜ ਮਨ ਦੇ ਵਿੱਚ ਟਿਕਾਓ ਆ ਜਾਂਦਾ, ਸਹਿਜ ਦੁਨੀਆ ਚਲੇ ਜਾਂਦੇ ਅਸੀਂ ਧਿਆਨ ਦੀ ਦੁਨੀਆ 'ਚ। ਪਰ ਧਿਆਨ ਦੀ ਦੁਨੀਆ 'ਚ ਤਾਂ ਜਾਵਾਂਗੇ ਨਾ, ਹਰਿਦੁਆਰ ਤਾਂ ਸਾਨੂੰ ਗਿਆਨ ਹੋਊਗਾ। ਹਾਲੇ ਤਾਂ ਮਨ ਹੀ ਨਹੀਂ ਟਿਕਿਆ। ਗੁਰ ਸ਼ਬਦ 'ਚੋਂ ਜਿਹੜਾ ਗਿਆਨ ਪੈਦਾ ਹੁੰਦਾ ਵਾ, ਉਹਦੇ ਨਾਲ ਮਨ ਟਿਕਦਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਹੀ ਨਹੀਂ ਟਿਕਣਾ, ਮਨ ਟਿਕੇ ਤੋਂ ਬਿਨਾਂ ਕਾਲ ਹੀ ਨਹੀਂ ਛੱਡਣਾ। ਪਰ ਗੱਲੀ ਭੈਣੇ ਮੈਂ ਸੁਹਾਗਣ, ਗੱਲਾਂ ਨਾਲ ਅਸੀਂ ਜ਼ਰੂਰ ਪੂਰਨ ਹੋ ਜਾਂਦੇ ਹਾਂ। ਗਿਆਨ ਨਾਲ ਗੱਲੀ ਢੂੰਡੀਏ, ਕਥਨਾ ਕਰੜਾ ਸਾਰ। ਆਤਮਾ ਦੀ ਖੁਰਾਕ ਸਾਰ, ਸਾਰ ਸੁੱਖ ਸੁੱਖ ਸਾਗਰ ਪਹੁੰਚਣਾ ਵਾ। ਉਹ ਕਥਨ ਕਰਨਾ ਬੜਾ ਔਖਾ ਵਾ। ਉਹ ਗੁਰੂ ਦੇ ਚਰਨਾਂ 'ਚ ਪਹੁੰਚ ਕੇ ਉਹਦੀ ਕਿਰਪਾ ਰਹਿਮਤ ਤੋਂ ਬਿਨਾਂ ਨਹੀਂ ਅਸੀਂ ਕਰ ਸਕਦੇ ਹੈਗੇ। ਉੱਥੇ ਪਹੁੰਚਣਾ ਆਪਾਂ। ਉਹੀ ਭਗਤ ਕਬੀਰ ਜੀ ਕਹਿੰਦੇ, ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੂ ਤੋਂ ਹਰ ਕੇ ਦੁਆਰ। ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਨਹੀਂ ਪੁੱਛਦਾ ਕੋਈ, ਨਾ ਪੁੱਛ, ਆਪਦੇ ਘਰ ਤਾਂ ਪਹੁੰਚੀਏ। ਫਿਰ ਇੱਕ ਹੋ ਜਾਂਦੇ ਨੇ। ਉਹ ਕਿਹੜਾ ਚਾਓ ਹੈ? ਅਸੀਂ ਤਾਂ ਮਰੇ 'ਤੇ ਰੋਣ ਲੱਗ ਜਾਂਦੇ ਹਾਂ, ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਉਹ ਸਰੀਰ ਕਰਕੇ ਮਰਨਾ, ਇਹ ਇੱਛਾ ਕਰਕੇ ਮਰਨਾ। ਸ਼ਬਦ ਮਰੈ ਮਰੇ ਫੁਨ ਜੀਵੇ, ਫਿਰ ਬੋਰ ਨਾ ਮਰਨਾ ਹੋਈ। ਐਸੀ ਮਰਨੀ ਜੋ ਮਰੇ। ਅਨੇਕਾਂ ਉਪਦੇਸ਼ ਨੇ ਆਪਣੇ ਕੋਲੇ। ਗੁਰ ਸ਼ਬਦ ਦੇ ਗਿਆਨ ਨਾਲ ਮਨ ਬੁੱਧੀ ਇੱਛਾ ਤਿਆਗ ਕਰਕੇ ਆਪਦੇ ਘਰ ਚਲੇ ਜਾਂਦੇ ਨੇ। ਜਦੋਂ ਬੁੱਧੀ ਮਨ ਨੂੰ ਜਿੱਤ ਲੈਂਦੀ ਹੈ, ਸੰਸਾਰ 'ਚ ਇਹਦਾ ਝਗੜਾ ਖਤਮ ਹੋ ਜਾਂਦਾ ਹੈ। ਕੁਛ ਰਹਿੰਦੇ ਨਹੀਂ। ਜਿਹਨੇ ਮਨ ਨੂੰ ਜਿੱਤ ਲਿਆ, ਸੰਸਾਰ 'ਚ ਉਹਦਾ ਕੁਛ ਵੀ ਬਾਕੀ ਨਹੀਂ ਰਿਹਾ। ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਉਹ ਅਵਸਥਾ ਦੀ ਗੱਲ ਹੈ। ਭਗਤ ਕਬੀਰ ਜੀ ਸਮਝਾਉਂਦੇ ਆ ਭਾਈ। ਮਨ ਜੀਤੇ ਜਗ ਜੀਤ। ਜਿਹਨੇ ਮਨ ਜਿੱਤ ਲਿਆ, ਉਹਦਾ ਸੰਸਾਰ 'ਚੋਂ ਛੁਟਕਾਰਾ ਹੋ ਗਿਆ। ਮਨ ਅਸੀਂ ਜਿੱਤਿਆ ਨਹੀਂ, ਭਗਤ ਅਸੀਂ ਬਣ ਜਾਂਦੇ ਹਾਂ। ਉਹ 'ਚੋਂ ਕੀ ਪੈਦਾ ਹੁੰਦਾ? ਹੰਕਾਰ। ਭੇਖ ਕਰ ਲੈਂਦੇ, ਸੰਸਾਰ ਮੰਨਣ ਲੱਗ ਜਾਂਦਾ ਵਾ। ਭਾਵਕ ਹੋ ਜਾਂਦੇ ਨੇ, ਸਰਦਾਵਾਨ ਹੋ ਜਾਂਦੇ ਨੇ। ਫਿਰ ਸਾਨੂੰ ਉਹਦੀ ਸਜ਼ਾ ਮਿਲਦੀ ਹੈ ਭਾਈ।
ਪੜ੍ਹਿਆ ਹੋਵੇ ਗੁਨੇਗਾਰ, ਅਸੀਂ ਗੁਨਾਹਗਾਰ ਹਾਂ, ਉਮੀ ਸਾਧ ਨਾ ਮਾਰੀਏ, ਸਜ਼ਾ ਮਿਲੂਗੀ ਸਾਨੂੰ। ਜੇ ਧਰਮ ਦੇ ਨਾਂ 'ਤੇ ਅਸੀਂ ਕਿਸੇ ਨੂੰ ਗਲਤ ਗਾਈਡ ਕਰਾਂਗੇ, ਸਜ਼ਾ ਮਿਲਦੀ ਆ ਉਹਦੀ। ਇਹ ਤਾਂ ਕੁਦਰਤ ਜਾਣਦੀ ਹੈ ਕੀ ਸਜ਼ਾ ਦੇਣੀ ਆ ਉਹਨੇ, ਉਹ ਆਪ ਹੀ ਜਾਣਦਾ ਵਾ। ਜਦੋਂ ਦੀ ਕਿਰਪਾ ਰਹਿਮਤ ਹੁੰਦੀ ਹੈ, ਫਿਰ ਸੱਚ ਦਾ ਗਿਆਨ ਹੁੰਦਾ ਹੈ। ਜਦੋਂ ਇੱਕ ਹੋ ਜਾਂਦੇ ਨੇ ਇਹ ਮਨ, ਬੁੱਧੀ ਔਰ ਹਰ ਦੇ ਵਿੱਚ ਲੈਅ ਹੋ ਜਾਂਦੇ ਨੇ, ਫਿਰ ਹੀ ਸਤਿਗੁਰ ਅਵਸਥਾ ਦਾ ਨਾਮ ਹੈ। ਉਹੀ ਸਤਿਗੁਰ ਦਾ ਦਰਸ਼ਨ ਹੁੰਦਾ ਹੈ। ਸਰਗੁਣ ਸਰੂਪ ਸਤਿਗੁਰੂ ਦਾ ਦਰਸ਼ਨ ਹੁੰਦਾ ਵਾ। ਅਸੀਂ ਸਰੀਰ ਕਰਕੇ ਸਤਿਗੁਰ ਬਣ ਜਾਂਦੇ ਹਾਂ। ਸਰੀਰ ਸਤਿਗੁਰ ਹੁੰਦਾ ਹੈ ਭਾਈ, ਤਾਂ ਇੱਥੇ ਹੀ ਰਹਿ ਜਾਂਦਾ ਵਾ। ਇੱਥੋਂ ਹੀ ਭੁਲੇਖਾ ਖਾ ਜਾਂਦੇ ਹਾਂ ਅਸੀਂ। ਐਸੀ ਗਲਤੀ ਨਹੀਂ ਕਰਨੀ। ਸਤਿਗੁਰ ਸਰਗੁਣ ਸਰੂਪ ਦਾ ਫਿਰ ਸਾਨੂੰ ਦਰਸ਼ਨ ਹੁੰਦਾ ਹੈ। ਉਹੀ ਆਪਾਂ ਨੂੰ ਤੀਜੀ ਪਾਤਸ਼ਾਹੀ ਨੇ ਸਮਝਾਇਆ, ਆਨੰਦ ਪਿਆ ਮੇਰੀ ਮਾਇਆ ਸਤਿਗੁਰ ਮੈਂ ਪਾਇਆ। ਉਸ ਤੋਂ ਬਾਅਦ ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਸਤਿਗੁਰ ਤੇ ਨਾਮ ਪਾਇਆ ਜਾਏ। ਅਸੀਂ ਤਾਂ ਸਾਰਾ ਕੁਛ ਬਾਹਰ ਹੀ ਲਈ ਫਿਰਦੇ, ਨਾਮ ਵੀ ਬਾਹਰੋਂ ਲਈ ਜਾਂਦੇ ਹਾਂ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਸਤਿਗੁਰ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਬਾਣੀ ਸਤਿਗੁਰ ਦੀ ਹੈ ਭਾਈ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ। ਇਹ ਬਾਹਰੋਂ ਸਮਝਣੀ ਹੈ, ਜਿਹਦੇ ਨਾਲ ਸਾਡਾ ਮਾਇਆ ਦਾ ਜਾਲ ਕੱਟਿਆ ਜਾਣਾ। ਫਿਰ ਸਾਨੂੰ ਸਤਿਗੁਰ ਦਾ ਦਰਸ਼ਨ ਹੋਣਾ, ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ। ਫਿਰ ਉਸ ਤੋਂ ਬਾਅਦ ਨਿਰੰਕਾਰ ਦੇ ਦੇਸ਼ ਪਹੁੰਚਣਾ ਆਪਦੇ ਆਪਾਂ। ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਲ, ਆਪਦੇ ਘਰ ਪਹੁੰਚਣਾ ਵਾ, ਜਿੱਥੋਂ ਆਤਮਾ ਟੁੱਟ ਕੇ ਆਈ ਹੈ, ਵਿਛੜ ਕੇ ਆਈ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਸਾਰਿਆਂ ਨੂੰ ਉਪਦੇਸ਼ ਹੈ ਭਾਈ, ਸਾਰੀ ਕਾਇਨਾਤ ਨੂੰ ਉਪਦੇਸ਼ ਹੈ। ਆਤਮ ਉਪਦੇਸ਼ ਕਹਿ ਲਈਏ, ਆਤਮਾ ਨੂੰ ਉਪਦੇਸ਼ ਹੈ। ਸਤਿਗੁਰ ਤੋਂ ਵੱਡਾ ਦਾਤਾ ਕੋਈ ਨਹੀਂ ਹੈਗਾ। ਉਹਦੀ ਕਿਰਪਾ ਨਾਲ ਤਾਂ ਸਾਹ ਚੱਲਦਾ ਹੈ। ਸਤਿਗੁਰ ਮੇਰਾ ਸਬਸ ਕਾ ਦਾਤਾ ਹੈ। ਕੋਈ ਐਸਾ ਜੇ ਕੋਈ ਸਤਿਗੁਰ ਬਣਿਆ ਹੋਇਆ, ਉਹ ਨਿਗਾਹ ਮਾਰ ਕੇ ਦੇਖੇ, ਵਿਚਾਰ ਕੇ ਦੇਖੇ ਵੀ ਮੈਂ ਸਾਰੀ ਸ੍ਰਿਸ਼ਟੀ ਨੂੰ ਪਾਲਦਾ, ਪਰ ਫਿਰ ਵੀ ਨਹੀਂ ਅਸੀਂ ਹਟਦੇ। ਕਿਉਂ ਨਹੀਂ ਹਟਦੇ? ਸਾਨੂੰ ਗਿਆਨ ਨਹੀਂ ਨਾ, ਅਗਿਆਨੀ ਹੈ। ਭਰਮ ਕਰਕੇ ਅਸੀਂ ਆਪਦੇ ਆਪ ਨੂੰ ਉੱਚੀ ਅਵਸਥਾ ਮੰਨ ਲੈਂਦੇ ਹਾਂ। ਹੋਏ ਨਿਮਾਣਾ ਜਗ ਰਹੇ ਦਰਗੇ ਮਾਣ ਨਿਮਾਣਾ ਪਾਵੇ। ਜੇ ਦਰਗਾਹ 'ਚ ਪਹੁੰਚਣਾ ਤਾਂ ਨੀਵਾਂ ਹੋਣਾ ਪਊਗਾ। 84 ਲੱਖ ਦਾ ਗੇੜਾ ਕੱਢ ਕੇ ਜੀਵਾਤਮਾ ਮਨੁੱਖਾ ਦੇਹ ਤੱਕ ਪਹੁੰਚੀ, ਹੁਣ ਇਹਨਾਂ ਦੇ ਘਰ ਜਾਣਾ। ਜੇ ਇੱਥੋਂ ਚੁੱਕ ਗਿਆ ਫਿਰ ਜੰਮਣ ਮਰਨ ਨੂੰ ਚਲਿਆ ਜਾਓ। ਬਹੁਤ ਸਜਾਏ ਦੇਸ਼ ਪਿਆ ਲੰਮੇ, ਫਿਰ ਲੰਬੇ ਦੇਸ਼ ਚਲੇ ਜਾਵਾਂਗੇ। ਐਸੀ ਗਲਤੀ ਨਹੀਂ ਕਰਨੀ। ਗੁਰ ਕੇ ਚਰਨ ਬਾਣੀਏ ਫੜ ਕੇ ਰੱਖਣੇ, ਨਜ਼ਰ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਸਤਿਗੁਰ ਤੋਂ ਵੱਡਾ ਕੋਈ ਦਾਤਾ ਹੀ ਨਹੀਂ। ਸਤਿਗੁਰ ਸਾਰਿਆਂ ਦੇ ਅੰਦਰ ਹੈ। ਸਤਿਗੁਰ ਤੇ ਖਾਲੀ ਕੋ ਨਹੀਂ, ਮੇਰਾ ਪ੍ਰਭ ਮੇਲ ਮਿਲਾਏ। ਉਹਦੀ ਕਿਰਪਾ ਰਹਿਮਤ ਚਾਹੀਦੀ ਹੈ। ਜਿਵੇਂ ਪਾਵਰ ਹਾਊਸ 'ਚੋਂ ਲਾਈਟ ਆਉਂਦੀ ਹੈ ਅਲੱਗ-ਅਲੱਗ ਮਹਿਕਮਿਆਂ ਨੂੰ, ਫਿਰ ਮਹਿਕਮਿਆਂ ਤੋਂ ਗਾਹਾਂ ਬਿਜਲੀ ਬੋਰਡ ਤੋਂ ਗਾਹਾਂ ਪਿੰਡਾਂ ਨੂੰ ਆਉਂਦੀ ਹੈ। ਇਵੇਂ ਸੱਚਖੰਡ ਤੋਂ ਲਾਈਟ ਆ ਰਹੀ ਹੈ ਸਾਡੀ। ਹੁਕਮ ਨਾਲ ਇਹ ਸਾਰਾ ਸੰਸਾਰ ਚੱਲ ਰਿਹਾ ਹੈ। ਪਿੱਛੇ ਵੀ ਆਪਾਂ ਵਿਚਾਰ ਕਰਿਆ, ਭੈਵੇਂ ਚੱਲੇ ਪਵਨ ਸਦਵਾਹੋ, ਭੈਵੇਂ ਚੱਲੇ ਲੱਖ ਦਰਿਆਓ। ਸਾਰੇ ਹੁਕਮ ਭੈ ਚੱਲ ਰਹੇ ਨੇ ਸਾਰੇ। ਸਾਨੂੰ ਭੈ ਕਿਉਂ ਨਹੀਂ? ਸਾਨੂੰ ਗਿਆਨ ਹੀ ਨਹੀਂ ਹੈਗਾ। ਜਦੋਂ ਗਿਆਨ ਹੁੰਦਾ ਫਿਰ ਇਹਦੇ ਅੰਦਰ ਭੈ ਪੈਦਾ ਹੁੰਦਾ। ਭੈ ਬਿਨ ਭਗਤ ਨਾ ਹੋਵੇ। ਭੈ ਤੋਂ ਬਿਨਾਂ ਭਗਤੀ ਕਿਵੇਂ? ਜੇ ਸਾਨੂੰ ਗਿਆਨ ਹੀ ਨਹੀਂ, ਭਗਤੀ ਕਿਹਦੀ ਕਰਨੀ ਹੈ? ਅਸੀਂ ਤਾਂ ਆਪਦੀ ਕਰਾਉਣ ਲੱਗ ਗਏ, ਤੈਨੂੰ ਤਾਂ ਕਰਾਏ ਪੈ ਗਏ। ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤ ਕੀਨ। ਗੁਣ ਗੋਬਿੰਦ ਦੇ ਗੁਣ ਅਸੀਂ ਆਪਦੇ ਗਵਾਉਣ ਲੱਗ ਗਏ। ਉੱਥੋਂ ਬਚਣਾ ਭਾਈ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਸਾਰਿਆਂ ਨੂੰ ਉਪਦੇਸ਼ ਆ ਭਾਈ। ਇਹ ਦਾਤ ਉਹ ਤੋਂ ਹੀ ਮਿਲਣੀ ਹੈ, ਕਿਤੋਂ ਨਹੀਂ ਮਿਲਣੀ। ਆਨੰਦ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਜੇ ਕੋਈ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਅਨੇਕ ਜੂਨੀਆਂ ਪਰ ਦੇਖ ਲਓ ਭਾਈ, ਫਿਰ ਘੁੰਮ ਕੇ ਆਵਾਂਗੇ, ਫਿਰ ਇੱਥੇ ਆਉਣਾ ਪੈਣਾ। ਐਡਾ ਵੱਡਾ ਦਾਤਾ ਕੋਈ ਨਹੀਂ, ਉੱਥੋਂ ਹੀ ਮਿਲਣੀ ਆ ਦਾਤ ਇਹ। ਫਿਰ ਆਪਾਂ ਕਿਉਂ ਨਾ ਹੁਣੇ ਹੀ ਲੈ ਲਈਏ। ਕਿ ਸਤਿਗੁਰ ਕੀ ਸਮਝਾਉਂਦੇ ਆ, ਸਤਿਗੁਰ ਮਿਲੀ ਐ ਸੱਚ ਪਾਇਆ। ਜਦੋਂ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ, ਸੱਚ ਦੀ ਪ੍ਰਾਪਤ ਹੁੰਦੀ ਹੈ, ਸੱਚ ਦਾ ਗਿਆਨ ਹੋ ਜਾਂਦਾ, ਫਿਰ ਸਾਡਾ ਝੂਠ, ਕੂੜ ਰਾਜਾ ਕੂੜ ਪਰਜਾ, ਮਾਇਆ 'ਚੋਂ ਸਾਡਾ ਛੁਟਕਾਰਾ ਹੋ ਜਾਂਦਾ ਹੈ। ਸਤਿਗੁਰ ਮਿਲੀਏ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ। ਸਾਡਾ ਆਪਾ ਖਤਮ ਹੋ ਜਾਂਦਾ, ਸਾਡੀ ਹੋਂਦ ਖਤਮ ਹੋ ਜਾਂਦੀ ਹੈ। ਪਰ ਮਨ ਤਾਂ ਛੱਡਦਾ ਹੀ ਨਹੀਂ ਹੈਗਾ। ਖਸਮੇ ਕਰੇ ਬਰਾਬਰੀ, ਫਿਰ ਗੈਰ ਤੰਦਰ ਪਾਏ। ਬਰਾਬਰੀ ਕਰਦਾ ਹੈ। ਅਨੇਕਾਂ ਉਪਦੇਸ਼ ਆਪਣੇ ਕੋਲੇ ਪਏ ਨੇ। ਸਰੀਰ ਨੂੰ ਬਾਣੀ ਨਹੀਂ ਮੰਨਦੀ ਭਾਈ।
ਬਾਣੀ ਦੇ ਵਿੱਚ ਕਰਤੇ ਪੁਰਖ ਦਾ ਜਸ ਹੈ, ਕਿਸੇ ਦਾ ਜਸ ਨਹੀਂ ਹੈਗਾ, ਕਿਸੇ ਨੂੰ ਬਾਣੀ ਨਹੀਂ ਮੰਨਦੀ ਹੈਗੀ। ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ ਅਨੇਕਾਂ ਉਪਦੇਸ਼ ਦੇ ਕੇ। ਅਸੀਂ ਕਿਉਂ ਨਹੀਂ ਮੰਨਦੇ? ਸਾਨੂੰ ਗਿਆਨ ਨਹੀਂ ਹੈਗਾ। ਮਾਣੁ ਕੀ ਟੇਕ ਬਿਰਥੀ ਜਾਣ, ਦੇਵਨ ਕੋ ਏਕੇ, ਭਗਵਾਨ ਸਾਨੂੰ ਯਾਦ ਹੈ ਨਹੀਂ। ਤਿਸ ਤਜ ਅਵਰ ਕਹਾਂ ਕੋ ਜਾਏ, ਸਭ ਸਰ ਏਕ ਨਿਰੰਜਨ ਰਾਏ। ਹੈ ਜੀਵ ਐਡੇ ਗੁਰੂ ਨੂੰ ਛੱਡ ਕੇ ਕਿਹਦੇ ਕੋਲ ਚੱਲਿਆ? ਜਿਹਦੇ ਕੋਲ ਚੱਲਿਆ ਉਹ 'ਤੇ ਕਿਹਦਾ ਹੁਕਮ ਚੱਲਦਾ? ਉਹਦਾ ਸਰੀਰ ਕਿਹਨੇ ਬਣਾਇਆ? ਉਹਦਾ ਹਾਰਟ ਕੌਣ ਚਲਾ ਰਿਹਾ? ਉਹਦਾ ਜੀਵਨ ਕੌਣ ਚਲਾ ਰਿਹਾ? ਸੋਚਿਆ ਕਦੇ? ਪਰ ਨਹੀਂ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਮੁਕਤ ਸੱਚਖੰਡ ਬੈਠੇ ਆ ਸਾਡੇ ਗੁਰੂ ਸਾਰੇ। ਉਹਨੂੰ ਛੱਡ ਕੇ ਕਿੱਥੇ ਜਾਂਦੇ ਹਾਂ ਅਸੀਂ? ਜੋ ਡੁੱਬ ਗਏ। ਉਹ ਲੋਭ ਦਿੰਦੇ ਆ ਸਾਨੂੰ। ਇਹ ਤੋਂ ਬਚਣਾ ਆਪਾਂ ਲੋਭ ਤੋਂ। ਲੋਭ ਹੀ ਤਾਂ ਮੱਤ ਮਾਰਦਾ ਵਾ। ਜੋ ਸਾਡਾ ਬਣਦਾ ਸਾਨੂੰ ਮਿਲ ਜਾਣਾ ਵਾ, ਦੇ ਹੀ ਰਿਹਾ ਸਾਰਿਆਂ ਨੂੰ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਜਬ ਦਾਂਤ ਨਹੀਂ ਤੇ ਦੂਧ ਦੀਆ। ਸਾਰਿਆਂ ਦੀ ਸੰਭਾਲ ਕਰਦਾ ਵਾ। ਕੀ ਨਹੀਂ ਪੈਦਾ ਕੀਤਾ? ਸਾਰਾ ਕੁਛ ਹੀ ਉਹਨੇ ਪੈਦਾ ਕੀਤਾ। ਆਵਣ ਜਾਵਣ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਸਾਰੀ ਮਾਇਆ ਉਹਦੇ ਹੱਥ ਦੇ ਵਿੱਚ ਹੈ, ਬੰਨ੍ਹ ਕੇ ਰੱਖੀ ਹੋਈ ਹੈ। ਕਿਵੇਂ ਬੰਨੀ ਹੈ? ਨਾਮ ਗਿਆਨ ਨਾਲ। ਸਗਲ ਸਮੱਗਰੀ ਆਪਣੇ ਸੂਤਰ ਧਾਰੀ। ਫਿਰ ਵੀ ਨਹੀਂ ਅਸੀਂ ਸਮਝਦੇ। ਰੋਜ਼ ਪੜ੍ਹੀ ਜਾਂਦੇ, ਇਹਨੂੰ ਵਿਚਾਰਦੇ ਨਹੀਂ, ਤਾਂ ਨਹੀਂ ਨਾ ਸਮਝ ਆਉਂਦੀ। ਇਹਨੂੰ ਵਿਚਾਰਨਾਮਾ, ਹੁਕਮਨਾਮਾ ਵੀ ਲੈਣੇ, ਇਹਨੂੰ ਵਿਚਾਰਨਾ ਸਤਿਗੁਰਾਂ ਦਾ ਕੀ ਹੁਕਮ ਆਇਆ ਸਾਨੂੰ, ਫਿਰ ਉਹ 'ਤੇ ਢਾਲਣਾ ਆਪਣੇ ਆਪ ਨੂੰ। ਇਹੀ ਤਾਂ ਭਗਤੀ ਹੈ। ਫਿਰ ਗੁਣ ਪੈਦਾ ਹੁੰਦੇ ਨੇ। ਬਾਣੀ ਨੂੰ ਵਿਚਾਰ ਨਾਲ ਸਾਡੇ ਗੁਣਾਂ ਦੀ ਪ੍ਰਾਪਤੀ ਹੋਣੀ ਹੈ। ਸਾਨੂੰ ਨਿਰਭਉ, ਨਿਰਭਉ ਜਪੇ ਸਗਲ ਭਉ ਮਿਟੇ। ਸਾਡਾ ਡਰ ਖਤਮ ਹੋ ਜਾਂਦਾ, ਚਿੰਤਾ ਖਤਮ ਹੋ ਜਾਂਦੀ ਹੈ। ਫਿਰ ਨਿਰਵੈਰ ਹੋ ਜਾਂਦੇ ਹਾਂ, ਫਿਰ ਕਾਲ ਤੋਂ ਮੁਕਤ ਹੋ ਜਾਂਦੇ, ਫਿਰ ਅਜੂਨੀ ਹੋ ਜਾਂਦੇ ਹਾਂ। ਸਰੀਰ 'ਚ ਰਹਿੰਦੇ ਰਹਿੰਦੇ ਆਪਦੇ ਘਰ ਪਹੁੰਚ ਜਾਂਦੇ ਹਾਂ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਕੁ ਜਿਲੇ ਕੀਤੀ ਛੋਟੀ ਨਾਲ। ਪਰ ਕੌਣ ਲੱਗਦਾ ਹੈ? ਤੇ ਜਿੱਥੇ ਕਿਰਪਾ ਰਹਿਮਤ ਹੁੰਦੀ ਹੈ, ਨਜ਼ਰ ਹੁੰਦੀ ਹੈ। ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰੂ ਪਾਇਆ, ਫਿਰ ਉਹਦੀ ਪ੍ਰਾਪਤੀ ਹੁੰਦੀ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇ। ਭਾਗਾਂ ਵਾਲੇ ਨੇ ਭਾਈ ਜਿਹੜੇ ਗੁਰਬਾਣੀ ਨੂੰ ਵਿਚਾਰਦੇ ਨੇ। ਐਡਾ ਵੱਡਾ ਦੇਵ ਕੋਈ ਨਹੀਂ। ਸਰੀਰ ਹੈ, ਇਹ ਛੱਡਣਾ ਪੈਣਾ ਸਾਨੂੰ। ਇਹ ਮ੍ਰਿਤ ਲੋਕ ਹੈ, ਮੜੀ 'ਚ ਬੈਠੇ ਹਾਂ, ਇੱਥੇ ਸਾਰਾ ਕੁਛ ਭਾਲੀ ਜਾਂਦੇ ਹਾਂ। ਜਿਸ ਮਸਤਕ ਭਾਗ ਸੋ ਲਾਗਾ ਸੇ। ਭਾਗਾਂ ਵਾਲੇ ਨੇ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਜਿਨੀ ਸੱਚੋ ਸੱਚ ਬੁਝਾਇਆ, ਫਿਰ ਬੁੱਝਣ ਦੀ ਖੇਲ ਰਹਿ ਜਾਂਦੀ ਹੈ। ਸਭ ਤੋਂ ਪਹਿਲਾਂ ਆਪਾਂ ਨੂੰ ਕੀ ਹੋਣਾ? ਗਿਆਨ। ਫਿਰ ਗਿਆਨ ਦੇ ਨਾਲ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਆਪਦੇ ਘਰੇ ਚਲੇ ਜਾਂਦੇ ਨੇ। ਫਿਰ ਕੀ? ਮੁਕਤੀ। ਦੂਆ ਪਦਾਰਥ। ਤੀਜਾ ਨਾਮ ਦੀ ਭਗਤੀ ਸ਼ੁਰੂ ਹੁੰਦੀ। ਜੇ ਪਿੱਛੇ ਆਪਾਂ ਭਗਤ ਕਬੀਰ ਦਾ ਸਲੋਕ ਵਿਚਾਰਿਆ, ਮੋਹੇ ਮਰਨੇ ਕਾ ਚਾਉ ਹੈ। ਮਰਨ 'ਤੇ ਕਿਸੇ ਨੂੰ ਚਾਅ ਹੁੰਦਾ? ਇੱਥੇ ਤਾਂ ਰੌਲਾ ਪੈ ਜਾਂਦਾ ਭਾਈ। ਇਹ ਵੱਖਰਾ ਸੰਸਾਰ ਤੋਂ ਮਰਨਾ। ਇਹ ਆਤਮਾ ਕਰਕੇ ਹੈ। ਆਤਮਾ ਅਮਰ ਹੈ, ਮਰਦੀ ਨਹੀਂ। ਜਿਹੜਾ ਦਾ ਭਰਮ ਸੀ ਉਹ ਸੱਚ ਦੇ ਗਿਆਨ ਨਾਲ ਚਲਿਆ ਜਾਂਦਾ ਹੈ। ਹਨੇਰਾ ਸੀ ਇਹਦੇ ਅੰਦਰ, ਚਾਨਣ ਹੋ ਜਾਂਦਾ। ਗੁਰਬਾਣੀ ਜਗ ਮੇ ਚਾਨਣ ਕਰਮ ਵਸੇ ਮਨ। ਕਿਰਪਾ ਨਾਲ ਮਨ 'ਚ ਵਸਦੀ ਹੈ ਭਾਈ। ਉਹੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਨਦਰ ਕਰੇ ਜੇ ਆਪਣੀ। ਸਤਿਗੁਰ ਦੀ ਪ੍ਰਾਪਤੀ ਹੋਣੀ ਹੈ। ਪਹਿਲਾਂ ਆਪਾਂ ਨੂੰ ਸੱਚ ਦਾ ਗਿਆਨ ਹੋਣਾ। ਉਹ ਬਾਣੀ ਹੈ, ਇਹਨੂੰ ਸੱਤ ਕਰਕੇ ਮੰਨਾਂਗੇ। ਫਿਰ ਸਤਿਗੁਰ ਦਾ ਦਰਸ਼ਨ ਹੋਣਾ। ਫਿਰ ਸਾਡੀ ਭਗਤੀ ਸ਼ੁਰੂ ਹੋਣੀ ਹੈ ਨਾਮ ਦੀ। ਫਿਰ ਚੌਥਾ ਜਨਮ। ਜਿਹੜੇ ਦੂਜੇ ਅਸੀਂ ਚਾਰ ਪਦਾਰਥ ਮੰਨੀ ਬੈਠੇ ਹਾਂ, ਧਰਮ ਅਰਥ ਕਾਮ ਮੋਖ, ਉਹ ਸਰੀਰ ਕਰਕੇ ਨੇ। ਉਹ 'ਚ ਮੋਖ ਦਵਾਰ ਨਹੀਂ ਹੁੰਦਾ, ਮੁਕਤੀ ਨਹੀਂ ਮਿਲਦੀ। ਆਓ ਸਾਰੇ ਮਿਲ ਕੇ ਉਹਨੂੰ ਵਿਚਾਰਦੇ ਰਹੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਸਤਿਗੁਰ ਦੀ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।